Good day everybody. This video we will be doing in the other language, in Punjabi language, because I've been requested by many friends to do a scope zeroing process in Punjabi, and so this video we will be doing only in Punjabi, but I'll try to put, there are many videos already online in English, but not many in Hindi or Punjabi. So there are many people requesting me to do this in my native language. So for that sense, we will be doing this video in Punjabi. In this video, we will be doing the zeroing process and also the scope. I've just noticed that the scope is on a little bit on Kent side. It's leaning towards the right. We'll fix that process first. Then we'll zero the rifle. It's a brand new rifle of my friend. It's a Howa 1500 in 308. So let's get on with the process. ਸੋ ਪਹਿਲਾ ਪ੍ਰੋਸੈਸ ਹੈ ਜੀ ਕਿ ਆਪਾਂ ਨੂੰ ਹੁਣ ਸਕੋਪ ਖੋਲ੍ਹਣੀ ਪੈਣੀ, ਕਿਉਂਕਿ ਮੈਂ ਚੈੱਕ ਕੀਤਾ ਕਿ ਸਕੋਪ ਥੋੜ੍ਹੀ ਟੇਢੀ ਆ, ਕੈਂਟ 'ਤੇ ਆ, ਥੋੜ੍ਹੀ ਐਂਗਲ 'ਤੇ ਆ। ਸੋ ਪਹਿਲਾਂ ਆਪਾਂ ਸਕੋਪ ਸਾਰੀ ਖੋਲ੍ਹ ਕੇ ਆਹ ਦੋ ਬਬਲ ਲੈਵਲ ਨੇ, ਇਹਨਾਂ ਦੀ ਆਪਾਂ ਹੈਲਪ ਨਾਲ ਆਹ ਵੀਲਰ ਸਕੇਟਾ, ਮੈਂ ਇਹਨਾਂ ਬਾਰੇ ਬਾਅਦ 'ਚ ਐਕਸਪਲੇਨ ਕਰਦਾ। ਆਹ ਦੋ ਬਬਲ ਲੈਵਲਸ ਨਾਲ ਆਪਾਂ ਸਕੋਪ ਆਪਾਂ ਪ੍ਰੋਪਰ ਵੇ 'ਚ ਵਰਟੀਕਲ ਐਗਜ਼ੈਕਟਲੀ ਮਾਊਂਟ ਕਰਾਂਗੇ। ਸੋ ਮੈਂ ਇੱਕ ਚੀਜ਼ ਮੈਂ ਨੋਟ ਕੀਤੀ ਕਿ ਜਿਹੜੇ ਸਾਡੇ ਸਕੋਪ ਮਾਊਂਟ ਨੇ ਪਰਫੈਕਟਲੀ ਅਲਾਈਨ ਨਹੀਂ ਹੈਗੇ। ਇਹ ਸਾਨੂੰ ਇਹਦੀ ਲੈਪਿੰਗ ਕਰਨੀ ਪੈਣੀ। ਇਹਨਾਂ ਦੀ ਮਸ਼ੀਨਿੰਗ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ ਕਿਤੇ, ਅਤੇ ਉਹਦੇ ਕਰਕੇ ਇਹ ਸਿਰਫ ਮੈਂ ਫਿੰਗਰ ਟਾਈਟ ਕਰਨੇ ਆ। ਬਾਕੀ ਆ ਜਿਹੜਾ ਲੈਪਿੰਗ ਟੂਲ ਆ, ਲੈਪਿੰਗ ਅਮਾਊਂਟ ਲਾਤਾ ਸੀ ਅੰਦਰ ਮਾਊਂਟ ਦੇ ਵਿੱਚ। ਲੈਪਿੰਗ ਟੂਲ ਨਾਲ ਇਹਦੀ ਮਾਊਂਟ ਦੀ ਪ੍ਰੋਪਰ ਲੈਪਿੰਗ ਹੋ ਜਾਣੀ ਆ, ਜਿਹਦੇ ਨਾਲ ਸਕੋਪ ਦੇ ਉੱਤੇ ਜਦੋਂ ਆਪਾਂ ਮਾਊਂਟ ਕੱਸਣੇ ਆ ਬਹੁਤ ਐਂਡ 'ਤੇ ਈਵਨਲੀ ਪ੍ਰੈਸ਼ਰ ਪਊਗਾ। ਇੱਦਾਂ ਲੈਪਿੰਗ ਕਰੀ ਜਾਣੀ ਇਹਦੀ, ਅਤੇ ਜਿਵੇਂ ਸਮੂਥ ਹੋਈ ਜਾਊਗਾ ਆਪਾਂ ਥੋੜ੍ਹਾ ਸਕਰੂ ਆ ਵਾਲਾ ਟਾਈਟ ਕਰੀ ਜਾਣਾ, ਅੱਧੀ ਚੌੜੀ ਬਸ। ਹੁਣ ਥੋੜ੍ਹਾ ਹੋਰ ਲੂਜ਼ ਹੋ ਗਿਆ, ਇਹਨੂੰ ਅੱਧੀ ਚੌੜੀ ਹੋਰ ਟਾਈਟ ਕਰਕੇ ਮੁੜ ਕੇ ਜਦੋਂ ਅਸੀਂ ਖੋਲਾਂਗੇ ਆਲ ਸ਼ੋ ਯੂ ਕਿ ਵੀ ਕਿੱਥੇ ਲੈਪਿੰਗ ਹੋਈ ਆ, ਮਾਊਂਟ ਕਿੱਥੋਂ ਝੜ ਗਏ ਅੰਦਰੋਂ, ਤਾਂ ਕਿ ਸਕੋਪ ਦੇ ਉੱਤੇ ਪਰਫੈਕਟਲੀ ਉਹਦੀ ਗ੍ਰਿਪ ਆ ਰਹੀ ਆ। ਉਹ ਫਿਰ ਇੱਕ ਪਾਸੇ ਸਕੋਪ ਦੇ ਉੱਤੇ ਪ੍ਰੈਸ਼ਰ ਨਹੀਂ ਪੈਂਦਾ, ਸਕੋਪ ਦੀ ਲਾਈਫ ਵੀ ਬਣੀ ਰਹਿੰਦੀ ਹੈ, ਅਤੇ ਜਿਹੜੇ ਟਰਰਟਸ ਨੇ ਅੰਦਰੋਂ ਮੂਵ ਕਰਦੇ ਉਹ ਵੀ ਬਿਲਕੁਲ ਪਰਫੈਕਟਲੀ ਮੂਵ ਕਰਦੇ। ਲੂਜ਼ ਹੋ ਗਏ, ਥੋੜ੍ਹੀ ਜਿਹੀ ਫਿਰ ਚੂੜੀ ਟਾਈਟ। ਹੁਣ ਆਈ ਥਿੰਕ ਸ਼ੁੱਡ ਬੀ ਇਨਫ। ਇੱਕ ਵਾਰ ਆਪਾਂ ਫਿਰ ਵੀ ਡਬਲ ਚੈੱਕ ਕਰ ਲੈਂਦੇ ਹਾਂ ਖੋਲ੍ਹ ਕੇ, ਆਪਾਂ ਨੂੰ ਆਈਡੀਆ ਮਿਲ ਜੂ ਕਿ ਕਿੰਨੀ ਕੁ ਲੈਪਿੰਗ ਦੀ ਹੋਰ ਲੋੜ ਹੈਗੀ ਆ। ਸਰਵਿਸ ਤੁਹਾਨੂੰ ਮੈਂ ਦਿਖਾ ਦੂੰਗਾ ਮਾਊਂਟ ਦੇ ਅੰਦਰਲਾ ਪਾਸਾ ਕਿੰਨਾ ਕੁ ਫਲੈਟ ਹੋ ਗਿਆ, ਨਹੀਂ ਤਾਂ ਇੱਕ ਪਾਸੋਂ ਕਿਤੋਂ ਦਬ ਜ਼ਿਆਦਾ ਪੈਂਦੀ, ਪ੍ਰੈਸ਼ਰ ਜ਼ਿਆਦਾ ਪੈਂਦਾ, ਅਤੇ ਉਹ ਸਕੋਪ ਵਾਸਤੇ ਵੀ ਗੁੱਡ ਨਹੀਂ, ਕਿਉਂਕਿ ਉਹਨੇ ਇੱਕ ਪਾਸੇ ਗਲਾਸ ਨੂੰ ਕਿਤੇ ਜੇ ਉਸ ਲਾਈਨ 'ਚ ਗਲਾਸ ਹੋਊਗਾ ਉਹਨੂੰ ਵੀ ਪੰਚ ਕਰ ਦੇਣਾ, ਅਤੇ ਅੰਦਰੋਂ ਗੈਸ ਲੀਕ ਹੋਣ ਦਾ ਵੀ ਕਈ ਵਾਰ ਚਾਂਸ ਹੁੰਦਾ। ਹੁਣ ਆਹ ਦੇਖ ਸਕਦੇ ਤੁਸੀਂ ਜਿੱਥੋਂ ਮੈਟਲ ਰਿਮੂਵ ਹੋ ਗਿਆ ਉੱਥੇ ਸਕੋਪ ਦਾ ਮਾਊਂਟ ਜਿਹੜਾ ਆ ਓਵਰ ਪ੍ਰੈਸ਼ਰ ਪਾ ਰਿਹਾ ਸੀ। ਹੁਣ ਇਹਦਾ ਪੂਰਾ ਲੈਵਲਿੰਗ ਆ, ਪਰ ਆਪਣੇ ਕੋਲ ਇੱਕ ਦੂਜਾ ਟੂਲ ਵੀ ਹੈਗਾ ਇਸੇ ਕਿੱਟ ਦੇ ਨਾਲ, ਜਿਹੜਾ ਕਿ ਸਾਨੂੰ ਦੱਸ ਦੂਗਾ ਕਿ 100% ਅਲਾਈਨਮੈਂਟ ਹੋ ਗਈ ਹੈ। ਆਲ ਸ਼ੋ ਯੂ ਦੈਟ ਵਨ ਆਲਸੋ। ਇੱਥੋਂ ਥੱਲੇ ਵਾਲੇ ਵੀ ਸਾਫ਼ ਕਰਕੇ ਉਹ ਲਾ ਕੇ, ਅਤੇ ਫਿਰ ਤੁਹਾਨੂੰ ਮੈਂ ਟੂਲ ਦਿਖਾਉਂਦਾ ਕਿ ਵੀ ਉਹ ਨੈਕਸਟ ਟੂਲ ਤੋਂ ਦੋ ਪਿੰਸ ਕਿਵੇਂ ਨਾਲ ਜੁੜਦੇ ਨੇ, ਉਹਦੇ ਨਾਲ ਸਕੋਪ ਦੀ ਅਲਾਈਨਮੈਂਟ ਦੇ ਜਿਹੜੇ ਪ੍ਰੈਸ਼ਰ ਪੁਆਇੰਟ ਨੇ 100% ਐਕੂਰੇਟ ਆ ਜਾਂਦੇ। ਸੋ ਆਹ ਵਾਲਾ ਤੁਹਾਨੂੰ ਮੈਂ ਪੁਆਇੰਟ ਦਿਖਾ ਦਿੰਦਾ। ਆਹ ਡਿਫਰੈਂਟ ਟੂਲ ਹੈ, ਇਹ ਅਸੀਂ ਮਾਊਂਟ ਦੇ ਵਿੱਚ ਲਾ ਕੇ ਇੱਥੇ ਪਿੰਸ ਦੇਖ ਸਕਦੇ ਤੁਸੀਂ ਜਦੋਂ ਆਪਾਂ ਲੈਪਿੰਗ ਕੀਤੀ ਆ। ਸੋ ਪਿੰਨ ਦੋਨੇ ਇੱਕਦਮ ਐਨ ਪਰਫੈਕਟਲੀ ਬਰਾਬਰ ਆ ਗਈਆਂ, ਫਰਮ ਸਾਈਡ ਤੋਂ ਵੀ ਅਤੇ ਫਰਮ ਟੋਪ ਤੋਂ ਵੀ। ਦੈਟ ਮੀਨਸ ਕਿ ਹੁਣ ਮਾਊਂਟ ਆਪਣੇ ਬਿਲਕੁਲ ਫਲੱਸ਼ ਨੇ ਅਤੇ ਪ੍ਰੋਪਰ 100% ਪ੍ਰੈਸ਼ਰ ਪੈ ਰਿਹਾ, ਨਾ ਕਿ ਕਿਸੇ ਪਾਸੋਂ ਐਜਿਸ ਦਾ ਪ੍ਰੈਸ਼ਰ ਪੈ ਰਿਹਾ ਸਕੋਪ 'ਤੇ। ਹੁਣ ਇਹ ਚੀਜ਼ ਸੈੱਟ ਹੋ ਗਈ ਆਪਣੀ, ਸਕੋਪ ਆਪਣੇ ਮਾਊਂਟ ਬਿਲਕੁਲ ਸੈੱਟ ਨੇ। ਹੁਣ ਆਪਾਂ ਸਕੋਪ ਇੱਥੇ ਲਾ ਕੇ ਲੈਵਲਿੰਗ ਅਗੇਨ ਦੁਬਾਰਾ ਕਰਕੇ, ਦੈਨ ਅਗੇਨ ਸਕੋਪ ਦੀ ਲੈਵਲਿੰਗ ਕਰਕੇ ਸਕੋਪ ਬੰਨ੍ਹ ਦੇਣੀ, ਆਪਾਂ ਬਿਲਕੁਲ ਟਾਈਟ ਕਰ ਦੇਣੀ। ਲੋਅਰ ਬਬਲ ਜਿਹੜਾ ਰਾਈਫਲ 'ਤੇ ਆ ਉਹ ਬਿਲਕੁਲ 0 ਆ। ਹੁਣ ਸਕੋਪ ਦਾ ਬਬਲ ਜਿਹੜਾ ਸਕੋਪ ਦੇ ਉੱਤੇ ਆਪਾਂ ਰੱਖਿਆ, ਬ੍ਰਿੰਗ ਇਟ ਟੂ 0 ਦੈਟਸ ਇਟ। ਹੁਣ ਇੱਕ ਚੀਜ਼ ਧਿਆਨ ਰੱਖਣਾ ਕਿ ਵੈਰੀ ਜੈਂਟਲੀ ਇਹਨੂੰ ਫਿੰਗਰ ਟਾਈਟ ਕਰ ਦੇਣੇ, ਤਾਂ ਕਿ ਦੋਨੇ ਪਾਸੇ ਇਕੁਅਲੀ ਪ੍ਰੈਸ਼ਰ ਪਾ ਕੇ
ध्यान रखना दोनों पासे बराबर टॉर्क देंदे देंदे आप स्क्रू टाइट करी जाने तो उपरों बबल बराबर चले ये आई रिलीफ एक बार डबल चैक कर लीए दोनों बबल लैवल से ने जिथे चाहिए ने एक बार आई रिलीफ आप डबल चैक कर लें मेरे हिसाब नाल जिथे बन्निया सी उत्थे ही होगा। आईज क्लोज करके एकदम जो खोलो तो थोड़ा सर्कल जोड़ा बिल्कुल किसी पासों विगनेटिंग या कुछ आना नहीं चाहिए। परफेक्ट हुण आई रिलीफ इहदा सैट करता है तो हुण आपां आ टूल हैगा अपने इंच पाउंड किन्ने अपना कि टाइट करना 15-16 इज़ रिकमेंडेड फॉर नॉर्मल एवरी स्कोप। ठीक है कोई स्कोप ज़्यादा होगी पर इन्नी 15 फुट पाउंड 16 फुट पाउंड जी टॉर्क आ ये रिकमेंडेड होंगी है नॉर्मली हरेक स्कोप पर। जे नहीं हैगा ये तो एक मोटा मोटा फंडा आ कि इधरों टाइट करो जदों इस पक्षों थोड़ी बस होगी दैट इज़ क्लोज इनफ। जे आप साइड पक्षों टाइट करांगे प्रैशर ज़्यादा चल जूगा 16 पाउंड तो इन्ना 15-16 पाउंड के नेक लागे तक पहुँच जाता। ओवर टाइट करने नाल स्कोप डैमेज हो सकती है। सो आप ईवनली दोनों माउंट दोनों स्क्रूज ईवनली आप टाइट कर देने। हुण राइट नाउ तुसीं देख सकते हैं जदों भी मैं एक लिमिट तो वध प्रैशर पाऊँगा ये स्लिप हो जाऊगा दैट मीनस कि हाँ भी जिन्ना स्कोप नूं प्रैशर चाहिए 15-16 फुट पाउंड का टॉर्क का उत्थे इनफ आ। उस तो बाद ओवर टाइट नहीं होंदी स्कोप। हुण राइफल मैं सैट करती है टारगेट आप रखिया सी 25 यार्ड ते बोर साइड करनी है। बोर साइड तो मतलब ये कि पहला असी बोर नूं बिल्कुल अलाइनमेंट के पिछे आके मैं 100% राइफल उस हिसाब नाल सैट करता कि जिहड़ा अपना टारगेट वो क्रॉस है बिल्कुल बोर के सेंटर च होणगे। उस तो बाद मैं उपर आके इस लाइन तो उपर आके देखूँ कि स्कोप के क्रॉस हेयर कितने ने। हुण मैं देख सकदा कि स्कोप के क्रॉस हेयर अबाउट 2.5 इंच उपर लैफ्ट ते 3 इंच अगेन लैफ्ट ते सो उन्होंने पहला आप क्रॉस हेयर बिल्कुल बराबर लिया। सो ये आ गए जी लैवल ते या ते हुण ले आइए नू टुवर्ड्स द राइट। लुक्स वेरी क्लोज। तो हुण आपां पहला शॉट लेना जिहड़ा कि 25 यार्ड के टारगेट ते आपां नूं दस दूगा कि बुलेट अपनी कित्थे गई है क्योंकि 25 यार्ड ते इन्ना 1 फुट बाय 1 फुट का टारगेट पेपर आ जिथे भी माड़ी मोटी लैफ्ट राइट जिथे भी जाऊगी आप उत्थों कैलकुलेशन करके अगले शॉट की उस हिसाब नाल डायल कर देनी स्कोप के किन्ने यार्ड अपने किन्ने इंचेस अपनी लैफ्ट या राइट या टॉप अप डाउन अपनी शॉट जा रहा है। पहला शॉट है 2 इंच लैफ्ट ते एलीवेशन अद्धा इंच बॉटम ते आ दैट इज़ परफेक्ट क्योंकि ये 25 यार्ड का टारगेट आ। जो 100 यार्ड ते जाऊगा बुलेट थोड़ी राइज हो रही है तो शुड बी रियली क्लोज। इनू हुण आपां क्रॉस हेयर नूं बिल्कुल हुण उत्ते लिया के जिथे सीगा ते जिहड़ी विंडेज है हुण जिहड़ा शॉट अपना गया लैफ्ट ते उहनूं हुण आपां क्रॉस हेयर नूं उत्थे लैके जाना। क्रॉस हेयर असी बिल्कुल उत्थे ले आए जिथे शॉट गया सीगा। सो सैकेंड शॉट शुड बी बैंग ऑन द सेंटर। थोड़ा लो होगा क्योंकि एलिवेशन असी एडजस्ट नहीं की कली विंडेज एडजस्ट की। Yep, exactly next to the target. Crosshair. सो पहला शॉट असी जदों बोर साइड की सी राइफल पहला शॉट इत्थे लिया तो उस तो बाद मैं क्रॉस हेयर अपने इत्थे रख के बिल्कुल बैंग ऑन इत्थे रख के तो क्लिक्स नूं एडजस्ट किया डायल नूं विंडेज नूं एडजस्ट किया। क्रॉस हेयर नूं इत्थे रखण तो बाद जो क्लिक किया राइफल मूव नहीं की सिर्फ क्रॉस हेयर मूव करके इत्थे लिया ताकि जो मुड़ मेरा अगला शॉट होगा बिल्कुल टारगेट पर होगा। सो उस तो बाद अगला शॉट लिया दैट वाज एग्जैक्टली नैक्सट टू द टारगेट मे बी अद्धे इंच का भी घट का फर्क है। सो अपनी राइफल हम क्लोज इनफ है
ਤੀਜੇ ਸ਼ਾਟ ਤੇ ਅਸੀਂ 100 ਯਾਰਡ ਤੇ ਲੈ ਜਾਾਂਗੇ। ਸੋ ਇਸ ਤੋਂ ਬਾਅਦ ਵੱਧ ਤੋਂ ਵੱਧ 2 ਸ਼ਾਟ ਹੋਰ, ਸੋ 5 ਸ਼ਾਟ ਅੰਡਰ 5 ਸ਼ਾਟਸ ਤੁਹਾਡੀ ਰਾਈਫਲ ਬਹੁਤ ਈਜ਼ੀਲੀ ਵੇ 'ਚ ਤੁਸੀਂ ਜ਼ੀਰੋ ਕਰ ਸਕਦੇ ਹੋ 100 ਯਾਰਡ ਤੇ। ਹੁਣ ਇਹਨੂੰ ਟਾਰਗੇਟ ਨੂੰ ਅਸੀਂ ਮੂਵ ਕਰਦੇ ਹਾਂ 100 ਯਾਰਡ ਤੇ। ਓਕੇ, ਪਹਿਲਾ ਸ਼ਾਟ ਆਪਣਾ ਐਜ਼ ਐਕਸਪੈਕਟਡ ਕਾਫੀ ਹਾਈ ਗਿਆ। ਮੈਨੂੰ ਐਕਸਪੈਕਸ਼ਨ ਸੀਗੀ 1 ਤੋਂ 1.5 ਇੰਚ 1 ਇੰਚ ਤੱਕ ਜਾ ਸਕਦਾ, ਪਰ ਇਹ ਗਿਆ ਆਪਣਾ 4 ਇੰਚ ਹਾਈ। ਸੋ ਸੇਮ ਪ੍ਰੋਸੈਸ, ਕ੍ਰੋਸ ਹੇਅਰ ਸੈਂਟਰ 'ਤੇ ਰੱਖ ਕੇ ਐਲੀਵੇਸ਼ਨ ਐਡਜਸਟ ਕਰਨੀ ਹੈ ਅਤੇ ਥੋੜ੍ਹੀ ਜਿਹੀ ਵਿੰਡੇਜ ਵੀ ਆਪਾਂ ਨੂੰ ਐਡਜਸਟ ਕਰਨੀ ਪੈਣੀ ਹੈ। ਚਲੋ ਹੁਣ ਅਗਲਾ ਸ਼ਾਟ ਲੈਂਦੇ ਹਾਂ। ਐਲੀਵੇਸ਼ਨ ਪਰਫੈਕਟ ਜੀ, ਅਤੇ ਵਿੰਡੇਜ ਥੋੜ੍ਹੀ ਲੈਫਟ ਆ, ਅੱਧਾ ਕੁ ਇੰਚ ਤੋਂ 1 ਇੰਚ ਮੇਰੇ ਹਿਸਾਬ ਨਾਲ, ਪਰ ਇਹ ਕੁਛ ਵੀ ਹੋ ਸਕਦਾ, ਵਿੰਡ ਵੀ ਹੋ ਸਕਦੀ, ਵਿੰਡ ਕਿਉਂਕਿ ਵਿੱਚ ਕਾਫੀ ਗਸ ਚੱਲ ਰਹੀ ਆ। ਇੱਕ ਸ਼ਾਟ ਹੋਰ ਲੈਂਦੇ ਹਾਂ ਅਤੇ ਮੇਰੇ ਹਿਸਾਬ ਨਾਲ ਉਸ ਤੋਂ ਬਾਅਦ ਰਾਈਫਲ ਆਪਣੀ 5 ਸ਼ਾਟਾਂ ਦੇ ਵਿੱਚ ਜ਼ੀਰੋ ਆ। ਸੈਕਿੰਡ ਸ਼ਾਟ ਜਿਹੜਾ ਹੁਣ ਉਸ ਤੋਂ ਬਾਅਦ ਫੋਲੋ ਔਨ ਸ਼ਾਟ ਲੈਣ ਲੱਗਿਆ, ਇਹਦੇ ਵਿੱਚ ਮੈਂ ਕੋਈ ਮੂਵਮੈਂਟ ਨਹੀਂ ਕੀਤੀ ਆਪਣੇ ਡਾਇਲਸ ਦੀ, ਜਿੱਥੇ ਹੈਗਾ ਉੱਥੇ ਹੀ ਆ। ਨਾਲੇ ਆਪਾਂ ਨੂੰ ਥੋੜ੍ਹਾ ਰਾਈਫਲ ਦੀ ਕੈਪੇਬਿਲਿਟੀ ਵਿਦ ਦਿਸ ਐਮਓ, ਆਹ ਵਾਲੇ ਐਮਓ ਦੇ ਨਾਲ, ਐਮਓ ਅਸੀਂ ਵਰਤ ਰਹੇ ਹਾਂ PPU ਦਾ 308 ਵਿੰਚੈਸਟਰ ਦਾ 150 ਗ੍ਰੇਨ ਦਾ। ਇੰਨਾ ਗੁੱਡ ਐਮਓ ਨਹੀਂ ਹੈ, ਸਸਤਾ ਐਮਓ ਆ, ਪਰ ਜ਼ੀਰੋ ਕਰਨ ਦੇ ਵਿੱਚ ਮਹਿੰਗਾ ਐਮਓ ਯੂਜ਼ ਕਰਕੇ ਆਈ ਡੋਂਟ ਥਿੰਕ ਸੋ ਕਿ ਵੀ ਕੋਈ ਪੁਆਇੰਟ ਆ। ਮੁੜ ਕੇ ਜਦੋਂ ਕੋਈ ਗੁੱਡ ਐਮਓ ਯੂਜ਼ ਕਰਨਾ ਹੋਊਗਾ ਜਿਹੜਾ ਕਿ ਗਰੁੱਪ ਵਧੀਆ ਦਿੰਦਾ ਉਸ ਹਿਸਾਬ ਨਾਲ, ਪਰ ਜ਼ੀਰੋ ਕਰਨ ਵਾਸਤੇ ਸਸਤਾ ਐਮਓ ਗੁੱਡ ਇਨਫ, ਕੋਈ ਚੱਕਰ ਨਹੀਂ। ਯਪ, ਪਰਫੈਕਟ। ਦੋਨੇ ਗੋਲੀਆਂ 1 ਇੰਚ ਦੇ ਵਿੱਚ ਹੀ ਨੇ, ਅਤੇ ਫਿਰ ਵੀ ਥੋੜ੍ਹੀ ਜਿਹੀਆਂ ਵੋਟ ਸੇ 1 ਤੋਂ 1.5 ਇੰਚ ਫਿਰ ਵੀ ਲੈਫਟ 'ਤੇ ਨੇ ਜੇ ਆਪਾਂ ਐਵਰੇਜ ਕੱਢੀਏ ਤਾਂ। ਅਤੇ ਉਹਨੂੰ ਮੈਂ ਫਾਈਨਲਾਈਜ਼ ਕਰਨ ਵਾਸਤੇ ਇੱਕ ਵਾਰ ਮੈਂ ਰਾਈਫਲ ਨੂੰ 4 ਕਲਿਕਸ ਲੈਫਟ 'ਤੇ ਲਿਆਉਂਗਾ ਤਾਂ ਕਿ ਰਾਈਫਲ ਹੁਣ ਸਾਡੀ 100% ਜ਼ੀਰੋ ਆ। ਐਮਓ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ 1 ਤੋਂ 1.5 ਇੰਚ ਦਾ ਗਰੁੱਪ ਦੇ ਰਹੀ ਆ ਵਿਦ ਆਹ ਵਾਲੇ PPU ਐਮਓ ਦੇ ਨਾਲ, ਅਤੇ ਆਹ ਐਮਓ ਦੇ ਹਿਸਾਬ ਨਾਲ ਰਾਈਫਲ ਹੁਣ ਆਪਣੀ ਜ਼ੀਰੋ ਆ ਅਤੇ ਸ਼ੁੱਡ ਬੀ ਗੁੱਡ ਇਨਫ। ਮੇਰੇ ਹਿਸਾਬ ਨਾਲ ਇੱਥੇ ਹੁਣ ਆਪਾਂ ਨੂੰ ਡਾਇਰੈਕਟ ਲੌਕ ਕਰ ਦੇਣੇ ਚਾਹੀਦੇ। ਸੋ ਆਪਾਂ ਟਾਰਗੇਟ 'ਤੇ ਆਪਾਂ ਸੀਗੇ। ਪਹਿਲਾ ਸ਼ਾਟ ਆਪਾਂ ਜਿਹੜਾ ਲਿਆ ਸੀ ਇੱਥੇ 25 ਯਾਰਡ 'ਤੇ, ਦੈਨ ਸੈਕਿੰਡ ਵਨ ਇੱਥੇ ਸੀਗਾ। ਮੈਂ ਜਿਵੇਂ ਮਹਿਸੂਸ ਕਰਦਾ ਸੀ ਕਿ ਗੋਲੀ ਡੈਫੀਨਿਟਲੀ ਉੱਪਰ ਜਾਊਗੀ। ਨੋਰਮਲੀ ਤਾਂ 1.5 ਇੰਚ ਜਾਂਦੀ ਆ, ਆਈ ਡੋਂਟ ਨੋ ਵਾਈ, ਬਟ ਇਹ ਵਾਲੀ ਗਈ ਆ ਮੇ ਬੀ ਸਕੋਪ ਦੀ ਹਾਈਟ ਦਾ ਅਤੇ ਬੈਰਲ ਦੀ ਹਾਈਟ ਦਾ ਜ਼ਿਆਦਾ ਫਰਕ ਸੀਗਾ। ਦੈਟ ਇਜ਼ ਵਨ ਆਫ ਦਾ ਰੀਜ਼ਨ। ਜੇਕਰ ਗੋਲੀ ਆਪਣੀ 4 ਇੰਚ ਹਾਈ ਗਈ ਪਹਿਲੀ, ਜਿਹੜੀ ਆਪਣੀ 100 ਯਾਰਡ 'ਤੇ ਲਈ ਸੀ, ਨਾਲ ਹੀ ਰਾਈਟ ਗਈ ਸੀ। ਸੋ ਆਹ ਸੈਂਟਰ ਪੁਆਇੰਟ ਨੂੰ ਲੈਂਦੇ ਹੋਏ ਆਲਮੋਸਟ 2 ਇੰਚ ਰਾਈਟ ਸੀਗੀ ਅਤੇ 4 ਇੰਚ ਹਾਈ ਸੀਗੀ ਆਲਮੋਸਟ। ਠੀਕ ਹੈ ਜੀ, ਮੈਂ ਆਪਣਾ ਕ੍ਰੋਸਹੇਅਰ ਇੱਥੇ ਰੱਖ ਕੇ ਪਹਿਲਾਂ ਐਲੀਵੇਸ਼ਨ ਐਡਜਸਟ ਕੀਤੀ, ਉਸ ਤੋਂ ਬਾਅਦ ਸੇਮ ਰੈਫਰੈਂਸ ਰੱਖ ਕੇ ਕ੍ਰੋਸਹੇਅਰ ਨੂੰ ਇੱਥੇ ਐਡਜਸਟ ਕੀਤਾ। ਠੀਕ ਹੈ ਜੀ, ਉਸ ਤੋਂ ਬਾਅਦ ਅਗਲੇ 2 ਸ਼ਾਟ, ਪਹਿਲਾ ਸ਼ਾਟ ਇੱਥੇ, ਦੂਜਾ ਸ਼ਾਟ ਇੱਥੇ। ਸੋ ਟੋਟਲ ਆਪਣੇ ਹੋਏ 4 ਸ਼ਾਟ ਇੱਥੇ, 5 ਸ਼ਾਟ ਦੇ ਵਿੱਚ ਰਾਈਫਲ ਆਪਣੀ ਜ਼ੀਰੋ ਹੋ ਗਈ। ਆਈ ਥਿੰਕ ਇਹ ਵਾਲੀ ਰਾਈਫਲ ਬੀਇੰਗ ਵਿਦ ਨਾਟ ਅ ਗੁੱਡ ਐਮਓ, ਐਵਰੇਜ ਐਮਓ, PPU ਦਾ ਕੋਈ ਬੜਾ ਵਧੀਆ ਐਮਓ ਨਹੀਂ ਗਾ। ਆਹ ਵਾਲਾ 308 ਦਾ ਆਪਾਂ ਐਮਓ ਯੂਜ਼ ਕਰ ਰਹੇ ਸੀਗੇ 150 ਗ੍ਰੇਨ, ਬੜਾ ਕੋਈ ਐਕਸਪੈਂਸਿਵ ਐਮਓ ਨਹੀਂ ਹੈ ਕਿਉਂਕਿ ਜ਼ੀਰੋ ਕਰਨੀ ਸੀ, ਦੈਟਸ ਵਾਈ ਸਸਤੇ ਐਮਓ ਨਾਲ ਸ਼ੂਟ ਕੀਤੀ ਹੈ। 150 ਗ੍ਰੇਨ ਦੀ ਬੁਲਟ ਆ, ਮੇਰੇ ਹਿਸਾਬ ਨਾਲ 1 ਇੰਚ ਦਾ ਗਰੁੱਪ ਦੇ ਰਹੀ ਹੈ ਰਾਈਫਲ, ਦੈਟ ਇਜ਼ ਗੁੱਡ ਇਨਫ। ਕਿਉਂਕਿ ਜੇ ਤੀਸਰਾ ਸ਼ਾਟ ਲੈਂਦੇ, ਪਰ ਅਸੀਂ ਥੋੜ੍ਹੇ ਲੇਜ਼ੀ ਵੀ ਹਾਂ ਅੱਜ ਕਿ ਚੱਲ ਕੋਈ ਨਹੀਂ ਨਿਬੇੜੀਏ ਕੰਮ, ਅਤੇ ਆਹ ਆਪਣੇ 2 ਸ਼ਾਟ ਨੇ। ਤੀਜਾ ਸ਼ਾਟ ਵੱਧ ਤੋਂ ਵੱਧ ਇਹਦੇ ਰੇਡੀਅਸ ਦੇ ਵਿੱਚ ਕਿਤੇ ਹੋਊਗਾ, ਦੈਟ ਇਜ਼ ਗੁੱਡ ਇਨਫ। 200 ਯਾਰਡ 'ਤੇ ਹੰਟਿੰਗ ਰਾਈਫਲ ਆ, ਅਪ ਟੂ 250 ਯਾਰਡ। ਠੀਕ ਆ, ਇਹ ਗੁੱਡ ਇਨਫ ਆ ਫॉर ਹੰਟਿੰਗ। ਜਿਵੇਂ ਬੁਸ਼ ਦੇ ਵਿੱਚ ਜੇ ਆਪਾਂ ਕਿਤੇ ਬਾਈਪੋਡ ਲਾ ਕੇ ਸ਼ੂਟ ਕਰ ਰਹੇ ਹਾਂ, ਦੈਨ ਓਬਵੀਅਸਲੀ ਸਾਰੀਆਂ ਕੈਲਕੂਲੇਸ਼ਨ ਵਿੱਚ ਪਾ ਕੇ ਯੂ ਕੈਨ ਸਟ੍ਰੈਚ ਅਪ, ਇਹ ਕੈਲੀਬਰ ਨੂੰ ਸਟ੍ਰੈਚ ਕੀਤਾ ਅਪ ਟੂ 600-700 ਯਾਰਡ, ਡਿਪੈਂਡਿੰਗ ਕੰਡੀਸ਼ਨਸ ਕੀ ਕਹਿੰਦੀਆਂ ਨੇ।